ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਿੱਧ ਗੋਸ਼ਟ ਬਾਣੀ ਦਾ ਸ਼ਬਦ ਦੂਜਾ ਪਦਾ ਹੈ। ਸੋ ਆਪਾਂ ਪਾਠ ਕਰਦੇ ਹਾਂ ਜੀ। ਕਵਣ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ, ਸਾਚ ਕਹੂੰ ਅਰਦਾਸ ਹਮਾਰੀ, ਹਉ ਸੰਤ जना बल जाओ। कवन तुम्हें क्या नाउ तुम्हारा, कौन मार्ग कौन सुआओ, साच कहूँ अरदास हमारी, हूँ संत जना बल जाओ। कह बैसहो कह रही है बाले, कह आवहो कह जाहो, नानक बोले सुन बैरागी, क्या तुम्हारा राहो। घट घट बैस निरंतर रही है, चालै सतगुर भाए, सहजे आए हुक्म सुधाए, नानक सदा रजाए। आसन बैसन थिर नारायण, ऐसी गुरमत पाए, गुरमुख बूझै आप पछाणै, सच्चे सच समाए। ਅਸੀਂ ਸਿੱਧ ਗੋਸ਼ਟ ਬਾਣੀ ਦਾ ਜਿਹੜਾ ਪਹਿਲਾ ਪਦਾ ਤੇ ਰਹਾਓ ਦੀ ਤੁਕ ਜਿਹੜੀ ਪਹਿਲਾਂ ਕਰ ਚੁੱਕੇ ਹਾਂ। ਸੋ ਅੱਜ ਦਾ ਸ਼ਬਦ ਜਿਹੜਾ ਹੈ ਇਹ ਸਾਰਿਆਂ ਨੇ ਸਰਵਣ ਕੀਤਾ। ਮੈਂ ਬੇਨਤੀ ਕਰਦਾ ਸਤਵਿੰਦਰ ਸਿੰਘ ਜੀ ਨੂੰ ਕਿ ਉਹ ਅੱਜ ਦੇ ਸ਼ਬਦ ਦੀ ਵਿਚਾਰ ਜਿਹੜੀ ਹੈ ਸ਼ੁਰੂਆਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਸ਼ੁਰੂ ਕਰਦੇ ਹਾਂ। ਮੈਨੂੰ ਜੋ ਲੱਗਦਾ ਹੈ ਕਿ ਇੱਥੋਂ ਹੀ ਪ੍ਰਸ਼ਨ ਉੱਤਰੀ ਜਿਹੜੀ ਹੈ ਉਹ ਸਿੱਧਾ ਨਾਲ ਸ਼ੁਰੂ ਹੁੰਦੀ ਹੈ। ਇੱਥੋਂ ਪਹਿਲਾ ਪ੍ਰਸ਼ਨ ਜਿਵੇਂ ਕੰਮ ਕਰੀ ਕਿ ਪਹਿਲਾ ਪ੍ਰਸ਼ਨ ਜਿਹੜਾ ਇੱਥੋਂ ਸ਼ੁਰੂ ਹੁੰਦਾ, ਕਮਲ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ। ਤੇ ਜੋ ਮੈਨੂੰ ਲੱਗਦਾ ਵੀ ਤਾਂ 2 ਜਾਂ 3 ਪ੍ਰਸ਼ਨ ਜਾਂ 4 ਪ੍ਰਸ਼ਨ ਜਿਹੜੇ ਨੇ ਨਾ ਇੱਥੋਂ ਬਣਦੇ ਨੇ। ਇੱਕ ਤੇ ਕਹਿੰਦੇ ਕਿ ਤੂੰ ਕੌਣ ਹੈ, ਕਮਲ ਤੁਮੈ ਕਿਆ ਨਾਉ ਤੁਮਾਰਾ। ਦੂਸਰਾ ਪ੍ਰਸ਼ਨ ਕਰਦੇ ਨੇ ਕੌਣ ਮਾਰਗ, ਕਿਸ ਮਾਰਗ ਦਾ ਤੂੰ ਪਾਂਦੀ ਹੈ, ਤੇ ਕੌਣ ਸੁਆਓ, ਤੇ ਕਿੱਧਰ ਤੂੰ ਜਾਣਾ ਚਾਹੁੰਦਾ, ਕਿੱਧਰ ਕੀ ਮਨੋਰਥ ਹੈ ਤੇਰਾ, ਤੇਰੀ ਜ਼ਿੰਦਗੀ ਦਾ। ਤੂੰ ਜੇ ਆਪਣੇ ਆਪ ਨੂੰ ਸੰਤ ਜਾਂ ਆਪਣੇ ਆਪ ਨੂੰ ਫਕੀਰ ਜਾਂ ਆਪਣੇ ਆਪ ਨੂੰ ਰਹਿਬਰ ਕਹਾਉਣਾ। ਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਵਿਚਾਰ ਕਰਨ ਦੇ ਲਈ। ਤਾਂ ਪਹਿਲੇ ਤਾਂ ਅਸੀਂ ਤੇਰੀ ਇੰਟਰੋਡਕਸ਼ਨ ਚਾਹੁੰਦੇ, ਜਿਵੇਂ ਅਸੀਂ ਕੋਈ ਪ੍ਰਸ਼ਨ ਉੱਤਰ ਕਰਦੇ ਹਾਂ ਜਾਂ ਇੰਟਰੈਕਸ਼ਨ ਕਰਦੇ ਹਾਂ ਕਿਸੇ ਨਾਲ, ਤਾਂ ਪਹਿਲਾਂ ਅਸੀਂ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਬੜੇ, ਮੈਨੂੰ ਲੱਗਦਾ ਕਿ ਵੀ ਉਹ ਵਿਚਾਰਵਾਨ ਹੋਣਗੇ, ਸਿੱਧ ਵੀ ਇਸ ਚੀਜ਼ ਨੂੰ ਬੜੀ ਵਧੀਆ ਇੰਟਰੈਕਸ਼ਨ ਲੈ ਕੇ ਚੱਲਣਾ ਚਾਹੁੰਦੇ ਹੋਣਗੇ। ਤਾਂ ਹੀ ਉਹਨਾਂ ਨੇ ਬੜੇ ਸਹਿਜ ਦੇ ਨਾਲ ਇਹ ਚੀਜ਼ਾਂ ਸ਼ੁਰੂ ਕੀਤੀਆਂ ਕਿ ਵੀ ਤੂੰ ਪਹਿਲੇ ਆਪਣੇ ਬਾਰੇ ਸਾਨੂੰ ਦੱਸ ਵੀ ਤੂੰ ਕੌਣ ਹੈ, ਕੀ ਤੇਰਾ ਨਾਮ ਹੈ, ਕੀ ਤੇਰਾ ਰਸਤਾ ਹੈ, ਕਿੱਥੋਂ ਦਾ ਤੂੰ ਪਾਂਦੀ ਹੈ। ਫਿਰ ਅੱਗੋਂ ਨੈਕਸਟ ਕੁਐਸਚਨ ਜਿਵੇਂ ਅੱਗੇ ਕਰਦੇ ਨੇ, ਸਾਚ ਕਹੂੰ ਅਰਦਾਸ ਹਮਾਰੀ, ਹਉ ਸੰਤ ਜਨਾ ਬਲ ਜਾਊ। ਕਿ ਵੀ ਸਾਡੀ ਬੇਨਤੀ ਹੈ ਕਿ ਤੂੰ ਸਾਨੂੰ ਆਪਣੇ ਬਾਰੇ ਦੱਸ, ਤੇ ਸਾਨੂੰ ਸੰਤ ਜਨ ਜਿਹੜੇ ਨੇ ਉਹ ਬੜੇ ਚੰਗੇ ਲੱਗਦੇ ਨੇ। ਅਸੀਂ ਤੈਨੂੰ ਕੋਈ ਆਪਣੇ ਤੋਂ ਵੱਖ ਨਹੀਂ ਮੰਨ ਰਹੇ, ਵੀ ਅਸੀਂ ਵੀ ਸੰਤ ਦੀ ਤਰ੍ਹਾਂ ਹੀ ਆ, ਤੇ ਅਸੀਂ ਵੀ, ਸਾਨੂੰ ਜਿਹੜੇ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਜਾਂ ਸੰਤ ਪੁਰਸ਼ ਜਿਹੜੇ ਨੇ ਉਹ ਸਾਨੂੰ ਬੜੇ ਵਧੀਆ ਲੱਗਦੇ ਨੇ। ਤੇ ਇਸ ਕਰਕੇ ਤੂੰ ਖੁੱਲ ਕੇ ਆਪਣੀ ਗੱਲ ਕਰਨ ਦੇ ਲਈ ਉਹਨਾਂ ਨੂੰ ਗੱਲ ਕਹਿ ਰਹੇ ਨੇ ਵੀ ਤੂੰ ਕਿਸੇ, ਕਿਉਂਕਿ ਉਹ ਪਹਿਲਾਂ ਉੱਪਰ ਆਪਾਂ ਦੇਖ ਕੇ ਆਏ ਆ ਕਿ ਵੀ ਉਹਨਾਂ ਨੂੰ ਗੁਰੂ ਸਾਹਿਬ ਨੂੰ ਬਾਲਾ ਕਹਿੰਦੇ ਨੇ, ਵੀ ਤੂੰ ਆਪਣੇ ਨੂੰ ਸਾਡੇ ਸਾਹਮਣੇ ਇੱਕ ਛੋਟਾ ਵੀ ਨਾ ਸਮਝੀ, ਕਿ ਤੂੰ ਆਪਣੀ ਪਹਿਲੇ ਇੰਟਰੋਡਕਸ਼ਨ ਦੇ ਆਪਣੇ ਬਾਰੇ ਦੱਸ ਸਾਨੂੰ, ਤੇ ਉਸ ਤੋਂ ਬਾਅਦ ਫਿਰ ਅਸੀਂ ਤੇਰੇ ਨਾਲ ਅੱਗੇ ਵਿਚਾਰ ਸ਼ੁਰੂ ਕਰੀਏ। ਕਹਿ ਬੈਸੋ ਕਹਿ ਕਹੀਏ ਬਾਲੇ, ਕਹਿ ਆਵੋ ਕਹਿ ਜਾਹੂੰ। ਵੀ ਕਿੱਥੇ ਤੂੰ, ਕਿੱਥੋਂ ਦਾ ਰਹਿਣ ਵਾਲਾ ਮੈਂ, ਹਨਾ, ਕਿ ਵੀ ਕਿੱਥੇ ਬੈਸਣਾ, ਤੂੰ ਕਿੱਥੋਂ ਦਾ ਰਹਿਣ ਵਾਲਾ ਮੈਂ। ਕਹਿ ਰਹੀ ਹੈ ਬਾਲੇ, ਕਿੱਥੋਂ ਦਾ ਤੂੰ ਰਹਿਣ ਵਾਲਾ ਮੈਂ, ਕਿੱਥੋਂ ਆਇਆ ਮੈਂ, ਤੇ ਕਿੱਥੇ ਤੂੰ ਜਾਣਾ ਮੈਂ। 7-8 ਕੁਐਸਚਨ ਉਹ ਜਿਹੜੇ ਨੇ ਇਸੇ 2 ਵਾਰਤਾਲਾਪ ਦੇ ਵਿੱਚ ਹੀ ਦੱਸ ਦਿੰਦੇ ਨੇ, ਪੁੱਛ ਲੈਂਦੇ ਨੇ, ਤੇ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਗੁਰੂ ਸਾਹਿਬ ਨੂੰ ਕਿ ਵੀ ਤੁਸੀਂ ਹੁਣ ਆਪਣਾ ਇੰਟਰੋਡਕਸ਼ਨ ਦਿਓ ਸਾਨੂੰ। ਤੇ ਨੈਕਸਟ ਵਿੱਚ ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਕਿੱਥੇ ਆਇਆ ਮੈਂ, ਤੂੰ ਕਿੱਧਰ ਨੂੰ ਜਾਏਗਾ, ਕੀ ਤੇਰਾ ਰਾਹ ਹੈ, ਕਿੱਥੋਂ ਦਾ ਤੂੰ ਪਾਂਦੀ ਹੈ। ਇਹ ਪ੍ਰਸ਼ਨ ਉੱਤਰੀ ਕਰਦੇ ਹੋਏ ਅੱਗੇ ਉਹ ਚੱਲਦੇ ਨੇ। ਤੇ ਨੈਕਸਟ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਅੱਗੋਂ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਘਟ ਘਟ ਬੈਸ ਨਿਰੰਤਰ ਰਹੀ ਹੈ, ਚਾਲੈ ਸਤਿਗੁਰ ਭਾਏ। ਵੀ ਫਿਰ ਗੁਰੂ ਸਾਹਿਬ ਵਿੱਚੋਂ ਉਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਮੈਂ ਉੱਥੋਂ ਦਾ ਰਹਿਣ ਵਾਲਾ ਹਾਂ ਜਿੱਥੇ ਕਿ ਪ੍ਰਮਾਤਮਾ ਜਿਵੇਂ ਸਭ ਦੇ ਦਿਲਾਂ ਦੇ ਅੰਦਰ, ਸਭ ਦੇ ਅੰਦਰ ਵਸਦਾ ਵਾ। ਮੈਂ ਉਸ ਤਰ੍ਹਾਂ ਦਿਲਾਂ ਦੇ ਅੰਦਰ ਵਸਣ ਵਾਲੇ ਪ੍ਰਮਾਤਮਾ ਦਾ ਸੇਵਕ ਹਾਂ। ਤੇ
ਮੈਂ ਚੱਲ ਜਾਣਾ ਕਿੱਧਰ ਹੈ, ਜਿੱਧਰ ਮੈਨੂੰ ਮੇਰਾ ਸਤਿਗੁਰ ਲੈ ਜਾਏ। ਚੱਲਣਾ ਸਤਿਗੁਰ ਭਾਏ, ਮੈਂ ਆਪਣੀ ਮਰਜ਼ੀ ਨਾਲ ਨਹੀਂ, ਆਪਣੀ ਹੋਂਦ ਨਹੀਂ ਮਹਿਸੂਸ ਕਰਾਉਂਦੇ। ਉਹ ਕਹਿੰਦੇ ਨੇ ਜੋ ਕਰਨ ਵਾਲਾ ਹੈ ਕਰਤਾ ਕਰਮ ਹਾਰ, ਸਵਾਮੀ ਵਾਲੀ ਗੱਲ ਕਿ ਜੋ ਕਰਨ ਵਾਲਾ ਕਰਤਾ ਹੈ ਤੇ ਉਹਨੇ ਹੀ ਕਰਨਾ। ਤੇ ਮੈਂ ਉਹਦੇ ਭਾਣੇ ਦੇ ਵਿੱਚ ਚੱਲ ਰਿਹਾ ਤੇ ਮੇਰਾ ਰਾਹ ਵੀ ਉਹੀ ਹੈ, ਮੈਂ ਪਾਂਦੀ ਵੀ ਉਸੇ ਰਾਹ ਦਾ ਵਾਂ। ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਜਾਏ। ਮੈਂ ਸਹਿਜੇ ਆਏ, ਮੈਂ ਪਰਮਾਤਮਾ ਵੱਲੋਂ ਹੀ ਭੇਜਿਆ ਗਿਆ, ਪਰਮਾਤਮਾ ਦੇ ਨਾਲ ਹੀ ਦੀਨ ਹਾਂ ਤੇ ਮੈਂ ਜਿਵੇਂ ਉਹਦੀ ਰਜ਼ਾ ਹੈ ਉਸ ਰਜ਼ਾ ਦੇ ਵਿੱਚ ਰਹਿਣ ਵਾਲਾ ਵਾਂ। ਤੇ ਇਸ ਤਰ੍ਹਾਂ ਉਹ ਆਪਣੀ ਇੰਟਰੋਡਕਸ਼ਨ ਜਿਹੜੀ ਆ ਉਹ ਉਹਨਾਂ ਨੂੰ ਵਿਸਥਾਰ ਕਰਦੇ ਨੇ। ਆਸਨ ਬੈਸਨ ਥਿਰ ਨਾਰਾਇਣ, ਐਸੀ ਗੁਰਮਤਿ ਪਾਏ। ਨਹੀਂ, ਉਹ ਕਹਿ ਰਹੇ ਨੇ ਕਿ ਵੀ ਗੁਰੂ ਸਾਹਿਬ ਅੱਗੋਂ ਜਵਾਬ ਦਿੰਦੇ ਹੋਏ ਕਹਿ ਰਹੇ ਨੇ, ਉੱਤਰ ਦਿੰਦੇ ਹੋਏ ਕਹਿ ਰਹੇ ਨੇ ਕਿ ਵੀ ਮੈਂ ਆ ਕੇ ਬੈਠ ਗਿਆ ਵਾਂ ਨਾਰਾਇਣ ਦੀ ਮਰਜ਼ੀ ਦੇ ਨਾਲ, ਪਰਮਾਤਮਾ ਦੀ ਮਰਜ਼ੀ ਦੇ ਨਾਲ, ਤੇ ਉਹਦੀ ਗੁਰਮਤਿ ਦੇ ਅਨੁਸਾਰ ਹੀ ਜਿਹੜਾ ਵਾ ਉਹ ਮੈਂ ਉਹਦੀ ਮੱਤ ਦੇ ਅਨੁਸਾਰ ਹੀ ਮੈਂ ਜਿਹੜੀ ਆਪਣੀ ਪੰਥ ਜਾਂ ਆਪਣਾ ਰਾਹ ਜਿਹੜਾ ਉਹ ਚੁਣਿਆ ਵਾ। ਗੁਰਮੁਖ ਬੁੱਝੇ ਆਪ ਪਛਾਣੇ, ਸੱਚੇ ਸੱਚ ਸਮਾਏ। ਤੇ ਗੁਰੂ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਮੈਂ ਆਪਣੇ ਆਪ ਨੂੰ ਜਾਣ ਸਕਿਆ ਵਾਂ, ਕਿਉਂਕਿ ਉਹ ਆਪਣੀ ਇੰਟਰੋਡਕਸ਼ਨ ਵੀ ਆਪਣੇ ਕਹਿ ਲਓ ਕਿ ਗੁਰੂ ਪਰਮਾਤਮਾ ਦੇ ਸਰੂਪ ਹੋ ਕੇ ਹੀ ਦੱਸਦੇ ਨੇ ਕਿ ਵੀ ਜੇ ਜੋ ਵੀ ਮੇਰੇ 'ਚ ਬਲ ਬੁੱਧ ਜੋ ਵੀ ਹੈ ਉਹ ਸਾਰੀ ਮੇਰੀ ਪਰਮਾਤਮਾ ਦੇ ਦੁਆਰਾ ਹੀ ਦਿੱਤੀ ਹੋਈ ਹੈ। ਮੇਰਾ ਆਪਣਾ ਆਪ ਕੁਛ ਨਹੀਂ ਹੈ, ਕਿ ਮੈਂ ਇੱਕ ਪਰਮਾਤਮਾ ਦਾ ਹੀ ਬਣਿਆ ਹੋਇਆ ਇੱਕ ਸਿੱਖ ਹਾਂ, ਜਾਂ ਮੈਂ ਇੱਕ ਪਰਮਾਤਮਾ ਵੱਲੋਂ ਹੀ ਵਸਾਇਆ ਹੋਇਆ ਇੱਕ ਪੁਰਖ ਹਾਂ, ਤੇ ਜਿਹਦੀ ਰਜ਼ਾ ਦੇ ਵਿੱਚ ਮੈਂ ਰਹਿ ਰਿਹਾ ਹਾਂ। ਤੇ ਜਿਵੇਂ ਲਾਸਟ ਤੇ ਗੱਲ ਕਰਦੇ ਨੇ, ਆਪਾਂ ਇਸ ਤੋਂ ਪਹਿਲਾਂ ਵੀ ਜਿਹੜਾ ਹਉ ਦੇ ਤੁਕ 'ਚ ਵੀ ਕਰਕੇ ਆਏ, ਸੱਚੇ ਸੱਚ ਸਮਾਏ, ਕਿ ਮੈਂ ਸੱਚ ਦੇ ਵਿੱਚ ਸਮਾਉਣ ਵਾਲਾ, ਸੱਚ ਦੇ ਵਿੱਚ ਯਕੀਨ ਰੱਖਣ ਵਾਲਾ ਔਰ ਉਸ ਤਰ੍ਹਾਂ ਦੀ ਵਿਚਾਰ ਰੱਖਣ ਵਾਲਾ ਜਿਹੜਾ ਮੈਂ ਪਾਂਦੀ ਹਾਂ। ਤੇ ਇਸੇ ਤਰ੍ਹਾਂ ਉਹ ਕੁਛ ਉਹਨਾਂ ਦੇ 6-7 ਪ੍ਰਸ਼ਨ ਜਿਹੜੇ ਵੀ ਉੱਪਰ ਉਹਨਾਂ ਦਿੱਤੇ, ਉਹਨਾਂ ਦੀ ਉਹ ਵਿੱਚ ਉਹ ਆਨਸਰ ਕਰਦੇ ਨੇ ਇਹਨਾਂ 2 ਤੁਕਾਂ ਦੇ ਵਿੱਚ। ਇਹ ਮੇਰੀ ਵਿਚਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਬਹੁਤ ਵਧੀਆ ਜੀ। ਸਿੱਧ ਗੋਸ਼ਟ ਬਾਣੀ ਦੇ ਵਿੱਚ ਇੱਕ ਹੀ ਰਹਾਉ ਦਾ ਪਦਾ ਹੈਗਾ। ਸਾਰੀ ਬਾਣੀ ਬੜੀ ਲੰਮੀ ਬਾਣੀ ਹੈ ਤੇ ਇਹਦਾ ਰਹਾਉ ਦਾ ਪਤਾ ਜਿਹੜਾ ਉਹ ਬੇਸਿਕ ਸਵਾਲ ਜਾਂ ਬਾਣੀ ਦਾ ਰਚਨ ਮਨੋਰਥ ਜਿਹੜਾ ਸ਼ਾਇਦ ਉਹ ਇਹੋ ਹੀ ਹੈ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਸੁੱਚਾ ਕਿਵੇਂ ਹੋਣਾ ਤੇ ਮੁਕਤ ਕਿਵੇਂ ਹੋਣਾ। ਤੇ ਸਾਡਾ ਅੱਜ ਮਨੁੱਖਤਾ ਦਾ ਜਾਂ ਸਾਡਾ ਵੀ ਸ਼ਾਇਦ ਬੇਸਿਕ ਕੰਸਰਨ ਜਿਹੜਾ ਸਵਾਲ ਇਹੀ ਹੈਗਾ ਵੀ ਬਾਹਰਲੀ ਕਰਮਾਂ ਕਾਂਡਾਂ ਦੇ ਵਿੱਚ ਭਾਉਣਾ ਹੈ, ਜਿਹੜੀਆਂ ਬਾਹਰਲੀਆਂ ਚੀਜ਼ਾਂ ਦੇ ਵਿੱਚ ਅਸੀਂ ਘੁੰਮ ਰਹੇ ਹਾਂ, ਉਹਦੇ ਨਾਲ ਸੁੱਚਾ ਨਹੀਂ ਹੋਇਆ ਜਾ ਸਕਦਾ। ਸੱਚੇ ਸੁੱਚਾ ਹੋਏ, ਸੱਚ ਦੀ ਪ੍ਰਾਪਤੀ, ਸੱਚ ਦੀ ਸਮਝ ਬੁੱਝ, ਤੇ ਉਹਦੇ ਨਾਲ ਸਾਡੀ ਸਮਝ ਬਣ ਸਕਦੀ ਹੈ। ਸੱਚ ਕੀ ਹੈਗਾ? ਇਹ ਝੂਠ ਤੇ ਸੱਚ ਵਾਲਾ ਸੱਚ ਨਹੀਂ ਹੈ। ਇਹ ਸੱਚ ਉਹ ਇਟਰਨਲ ਸੱਚ ਹੈ ਜਿਹੜਾ ਇੱਕ ਓੰਕਾਰ ਹੈ, ਜਿਹੜਾ ਇਸ ਬ੍ਰਹਿਮੰਡ ਦਾ ਇਹ ਜਿਹੜਾ ਸਾਰਾ ਰਚਿਆ ਹੈ, ਰਚਨਹਾਰ ਨੇ ਜਿਸ ਨੇ ਰਚਿਆ ਹੈ, ਕਰਤਾ ਤੇ ਉਹਦੀ ਕਿਰਤ ਜਿਹੜੀ ਹੈ ਇਹ ਟੋਟਲ ਰੂਪ ਦੇ ਵਿੱਚ ਅਟਲ ਹੈ, ਸੱਚ ਹੈ, ਸਦਾ ਥਿਰ ਰਹਿਣ ਵਾਲੀ ਹੈ। ਸੱਚ ਦਾ ਮਤਲਬ ਹੈ ਜਿਹੜਾ ਬਦਲਦਾ ਨਹੀਂ ਹੈ। ਤੇ ਜੇ ਸਾਨੂੰ ਇਸ ਗੱਲ ਦੀ ਸਮਝ ਆ ਜਾਵੇ ਤੇ ਅਸੀਂ ਸੁੱਚੇ ਹੋ ਸਕਦੇ ਹਾਂ, ਨਾ ਕਿ ਭਾਉਣ ਨਾਲ ਤੀਰਥਾਂ ਤੇ ਜਾਂ ਬਾਹਰਲੀਆਂ ਰਹਿਤਾਂ ਬਹਿਤਾਂ ਦੇ ਨਾਲ। ਸੋ ਸੱਚ ਦੀ ਸਮਝ ਬੁੱਝ, ਉਹਦੀ ਪ੍ਰਤੀਤ ਪ੍ਰੀਤ ਹੋਣੀ, ਉਹਦੇ ਨਾਲ ਸੁੱਚਾ ਹੋਇਆ ਜਾ ਸਕਦਾ ਹੈ। ਤੇ ਜਦੋਂ ਸਾਨੂੰ ਇਸ ਕਰਤੇ ਦੀ ਬੁੱਝ ਬੁਝਾਈ ਆ ਜਾਵੇ ਤੇ ਕਰਤੇ ਦੀ ਕਿਰਤ ਦਾ ਸਾਨੂੰ ਅਹਿਸਾਸ ਹੋ ਜਾਵੇ ਤੇ ਫਿਰ ਅਸੀਂ ਮੁਕਤ ਹੋ ਸਕਦੇ, ਰੈਦਰ ਫੇਰ ਹੀ ਮੁਕਤ ਹੋ ਸਕਦੇ। ਅਸੀਂ ਬੰਧਨਾਂ ਤੋਂ, ਜਿਹੜੀਆਂ ਛੋਟੀਆਂ ਗੱਲਾਂ ਦੇ ਵਿੱਚ ਉਲਝੇ ਰਹਿੰਦੇ ਹਾਂ, ਉਹਨਾਂ ਤੋਂ ਅਸੀਂ ਮੁਕਤ ਹੋ ਸਕੇ ਹਾਂ। ਹੁਣ ਇਸ ਜਿਹੜੇ ਪਹਿਲੇ ਪਦੇ ਵਿੱਚ ਜਿਵੇਂ ਸੁਰਿੰਦਰ ਜੀ ਨੇ ਗੱਲ ਕੀਤੀ ਹੈ, ਇਹਦੇ ਵਿੱਚ ਬੇਸਿਕ ਸਵਾਲ ਜਿਹੜੇ ਆਏ ਨੇ, ਕਵਨ ਤੁਮੇ, ਕਿਆ ਨਾਉ ਤੁਮਾਰਾ, ਕੌਣ ਮਾਰਗ, ਕੌਣ ਸੁਆਓ। ਕੀ ਇਹ ਅੱਜ ਸਾਡੇ ਸਵਾਲ ਨਹੀਂ ਹੈਗੇ? ਆਪਾਂ ਆਪਣੇ ਆਪ ਨੂੰ ਪੁੱਛੀਏ। ਗੁਰੂ ਸਾਹਿਬ ਨੂੰ ਤਾਂ
ਸਿੱਧ ਪੁੱਛ ਰਹੇ ਨੇ ਤੇ ਫਿਰ ਗੁਰੂ ਸਾਹਿਬ ਜਵਾਬ ਦੇ ਰਹੇ ਨੇ। ਤੇ ਸਾਨੂੰ ਵੀ, ਕਿਉਂਕਿ ਅਸੀਂ ਇੰਨਾ ਲਾਈਫ ਨੂੰ ਬਹੁਤ ਧਿਆਨ ਨਾਲ ਵੇਖਦੇ ਨਹੀਂ, ਆਪਾਂ ਕੁਦਰਤ ਨੂੰ ਇੰਨੇ ਧਿਆਨ ਨਾਲ, ਇੰਨੀ ਦਿਲ ਦੇ ਨਾਲ, ਇੰਨੀ ਸੈਂਸਿਟਿਵਿਟੀ ਦੇ ਨਾਲ ਨਹੀਂ ਦੇਖਦੇ, ਸਾਨੂੰ ਇਹ ਸਵਾਲ ਨਹੀਂ ਉਪਜਦੇ। ਜਦੋਂ ਕਿ ਸਾਡੇ ਵੀ ਇਹ ਸਵਾਲ ਹੈਗੇ ਨੇ ਕਿ ਮੈਂ ਭਾਈ ਹੈ ਕੌਣ, ਕੌਣ ਤੁਮੇ, ਕਿਆ ਨਾਮ ਤੁਮਾਰਾ, ਕੌਣ ਮਾਰਗ, ਤੇਰਾ ਮਾਰਗ ਕੀ ਹੈ ਤੇ ਤੂੰ ਕਰਨ ਕੀ ਆਇਆ। ਤੇ ਗੁਰੂ ਸਾਹਿਬ ਨੇ ਫਿਰ ਦੱਸਿਆ, ਸੱਚ ਕਹੂੰ ਅਰਦਾਸ ਹਮਾਰੀ ਹੋਂ, ਸਤਿ ਜਨਾ ਬਲ ਜਾਉ। ਇਹ ਜਵਾਬ ਆ ਗਿਆ ਕਿ ਮੈਂ ਤਾਂ ਜਿਹੜੇ ਸੱਚ ਨੂੰ, ਸੱਚ ਦੇ ਪਾਂਧੀ ਨੇ, ਉਹਨਾਂ ਦੇ ਤੋਂ ਬਲਿਹਾਰ ਜਾਣਾ ਵਾ। ਇਹ ਗੱਲ ਸੱਚ ਹੈ ਵੀ ਮੈਂ ਅਰਦਾਸ ਕਰਦਾ ਤੇ ਮੈਂ ਸੰਤ ਜਨਾਂ ਤੋਂ ਬਲ ਬਲ ਜਾਣਾ। ਅਗਲਾ ਸਵਾਲ ਆ ਗਿਆ, ਕਹਿ ਬੈਸੇ, ਉਹ ਭਾਈ ਕਿੱਥੇ ਬੈਠਾ ਤੂੰ, ਜਾਂ ਤੇਰਾ ਟਿਕਾ ਕਿੱਥੇ ਹੁੰਦਾ ਹੈ, ਤੇਰਾ ਅੰਦਰ ਕਿੱਥੇ ਟਿਕਦਾ ਤੇ ਤੂੰ ਕਿੱਥੇ ਰਹਿਣਾ। ਅਸੀਂ ਤਾਂ ਆਪਣੇ ਘਰ 'ਚ ਸੋਚਦੇ ਹਾਂ ਵੀ ਘਰ ਦੀ ਗੱਲ ਹੋ ਰਹੀ ਹੈ, ਪਰ ਅੰਦਰ ਦੀ ਗੱਲ ਵੀ ਸ਼ਾਇਦ ਹੋ ਰਹੀ ਹੈ। ਆਪਾਂ ਵੀ ਪੁੱਛੀਏ ਭਾਈ ਮੈਂ ਕਿੱਥੇ ਰਹਿਣਾ ਤੇ ਮੈਂ ਕਿੱਥੇ ਬੈਠਾ ਰਹਿਣਾ ਤੇ ਕਿੱਥੇ ਕਿੱਥੇ ਜਾਣਾ ਤੇ ਕਿੱਥੇ ਕਿੱਥੇ ਆਉਣਾ। ਭਾਵ ਮੈਂ ਮਾਨਸਿਕ ਤੌਰ ਤੇ ਆਪ ਕਿਵੇਂ ਘੁੰਮਦਾ। ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਓ। ਇੰਨੀ ਗੱਲ ਮੈਂ ਕਰਦਾ। ਉਸ ਤੋਂ ਅਗਲੀ ਗੱਲ ਮੈਂ ਡਾਕਟਰ ਚਰਨ ਕਮਲ ਸਿੰਘ ਜੀ ਬੇਨਤੀ ਕਰਦਾ ਕਿ ਅਗਲੀ ਗੱਲ ਜਿਹੜੀ, ਅਗਲੇ ਸਵਾਲ ਦੀ ਗੱਲ ਜਿਹੜੀ ਹੈ ਉਹ ਡਾਕਟਰ ਸਾਹਿਬ ਕਰਨ। ਡਾਕਟਰ ਚਰਨ ਕਮਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਿੱਧ ਗੋਸਟ ਬਾਣੀ ਹੈ, ਇਹਦੇ ਵਿੱਚ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਿੱਧਾਂ ਦੇ ਨਾਲ ਜਿਹੜਾ ਵਾਰਤਾਲਾਪ ਹੋਇਆ, ਉਹਦੇ 'ਚ ਵੱਖ-ਵੱਖ ਧਾਰਨਾਵਾਂ ਦੇ ਜਦੋਂ ਦੋ ਇਕੱਠੇ ਹੋਏ ਨੇ ਤੇ ਉਹ ਇੱਕ ਦੂਸਰੇ ਨੂੰ ਨਹੀਂ ਜਾਣਦੇ, ਇੱਕ ਦੂਸਰੇ ਦਾ ਮਨੋਰਥ ਨਹੀਂ ਜਾਣਦੇ, ਤਾਂ ਉਹਨਾਂ ਦੇ ਜਿਹੜੇ ਅਧਿਆਤਮਕ ਪੱਧਰ ਦੇ ਬੜੇ ਗਹਿਰੇ ਪ੍ਰਸ਼ਨ ਤੇ ਉੱਤਰ ਆਪਸ ਵਿੱਚ ਕੀਤੇ ਨੇ। ਜਿਹੜਾ ਕਿਆ ਤੁਮਾਰਾ ਰਾਹੋ, ਇੱਥੇ ਲਖਵਿੰਦਰ ਜੀ ਨੇ ਤਾਂ ਗੱਲ ਕੀਤੀ ਹੈ। ਤੋ ਇਹ ਜੋ ਰਾਹ ਹੈ, ਇਹ ਰਾਹ ਗੁਰੂ ਸਾਹਿਬ ਦਾ ਏਕੇ ਦੇ ਨਾਲ ਜੁੜਿਆ ਹੋਇਆ, ਏਕੇ ਤੋਂ ਤੁਰਦਾ ਹੈ ਰਾਹ। ਤੇ ਜਦੋਂ ਵੀ ਰਾਹ ਦੀ ਗੱਲ ਆਉਂਦੀ ਹੈ, ਮਨੋਰਥ ਦੀ ਗੱਲ ਆਉਂਦੀ ਹੈ, ਤੇ ਗੁਰੂ ਸਾਹਿਬ ਇੱਕ ਤੇ ਆ ਜਾਂਦੇ ਨੇ। ਤੋ ਇਹ ਜਿਹੜਾ ਇੱਕ ਦਾ ਧੁਰਾ ਹੈ, ਸਾਹਿਬ ਮੇਰਾ ਏਕੋ ਹੈ, ਉਹ ਜਿਹੜਾ ਇੱਕ ਦਾ ਕਨਸੈਪਟ ਹੈ, ਉਹ ਸਾਡਾ ਗੁਰੂ ਨਾਨਕ ਪਾਤਸ਼ਾਹ ਤੋਂ ਦਰਸਾਇਆ ਹੋਇਆ ਸਾਡੇ ਸਾਰਿਆਂ ਦਾ ਉਹ ਦ੍ਰਿੜ ਹਾਈਵੇ ਮਾਰਗ ਹੈ। ਤਾਂ ਜਦੋਂ ਵੀ ਉਹਨਾਂ ਨੇ ਗੱਲ ਕੀਤੀ ਕਿ ਕਿਆ ਤੁਮਾਰਾ ਰਾਹੋ, ਤਾਂ ਫਿਰ ਉਹ ਜਿਹੜਾ ਅਕਾਲ ਪੁਰਖ ਹੈ, ਘਟ ਘਟ ਬੈਸ ਰਹੀ ਹੈ, ਉਹ ਘਟ ਘਟ ਵਿੱਚ ਬੈਠਿਆ ਹੋਇਆ। ਤੁਹਾਡੇ ਵਿੱਚ ਵੀ ਸਿੱਧਾ ਤੁਹਾਡੇ ਵਿੱਚ ਬੈਠਾ ਤੇ ਮੇਰੇ ਚ ਬੈਠਾ, ਸਾਰੀ ਕਾਇਨਾਤ ਦੇ ਘਟ ਘਟ, ਘਟ ਮਤਲਬ ਸਰੀਰ, ਹਰ ਸਰੀਰ ਵਿੱਚ ਉਹ ਨਿਰੰਤਰ, ਹਰ ਸਮੇਂ ਜਿਹੜਾ ਉਹ ਨਿਰੰਤਰ ਜਿਹੜੀ ਚੱਲ ਰਹੀ ਹੈ, ਉਹਦੀ ਰੌਂ ਚੱਲ ਰਹੀ ਹੈ, ਉਸਦੀ ਪ੍ਰੈਜ਼ੈਂਸ ਚੱਲ ਰਹੀ ਹੈ। ਇਹੀ ਨਾਮ ਹੈ। ਗੁਰੂ ਸਾਹਿਬ ਦਾ ਗੁਰਬਾਣੀ ਦੇ ਰਾਹੀਂ ਆਧਾਰ ਨਾਮ ਰਿਹਾ। ਤੋ ਉਹ ਜਿਹੜਾ ਨਾਮ ਦਾ ਆਧਾਰ ਹੈ, ਨਾਮ ਦਾ ਆਸਰਾ ਹੈ, ਉਹੀ ਉਸਦੀ ਘਟ ਘਟ ਰਹੀ ਹੈ ਦੀ ਬਾਤ ਹੈ। ਤੋ ਨਾਮ ਦਾ ਜੇਤਾ ਕੀਤਾ ਤੇਤਾ ਨਾਉ ਹੈ। ਤੋ ਗੁਰੂ ਸਾਹਿਬ ਦਾ ਰਾਹ ਇੱਕਦਮ ਹੈਡਕੁਆਟਰ ਉਹ ਹੈ, ਉਹ ਅਕਾਲ ਪੁਰਖ। ਤੋ ਘਟ ਘਟ ਬੈਸ ਨਿਰੰਤਰ ਰਹੀ ਹੈ। ਤੇ ਉਸ ਜਿਹੜਾ ਅਕਾਲ ਪੁਰਖ ਹੈ, ਮੇਰਾ ਫਿਰ ਮਨੋਰਥ ਕੀ ਹੈ? ਚਾਲ ਹੈ ਸਤਿਗੁਰ ਪਾਏ, ਉਸ ਦੀ ਰਜ਼ਾ ਵਿੱਚ, ਉਹ ਜੋ ਸਾਰੇ ਕਾਇਨਾਤ ਵਿੱਚ ਹੈ, ਉਸ ਦੀ ਰਜ਼ਾ ਵਿੱਚ ਰਹਿਣਾ। ਤੋ ਇਹੀ ਸਾਰੀ ਖੇਡ ਹੈ। ਜਿਹੜੇ ਸਾਰੇ ਜੀ ਜੰਤ ਪੈਦਾ ਹੋਏ ਨੇ, ਤੇ ਉਹਨਾਂ ਚੋਂ ਕਿੰਨੇ ਕੁ ਹਾਈਵੇ ਤੇ ਰਹਿੰਦੇ ਨੇ, ਤੇ ਕਿੰਨੇ ਬਾਬਾ ਹੋਰ ਮਤ ਹੋਰ ਹੋ ਜਾਂਦੇ ਨੇ। ਤੋ ਇਹੀ ਸਾਰੀ ਅਧਿਆਤਮਕ ਖੇਡ ਹੈ। ਤੋ ਗੁਰੂ ਸਾਹਿਬ ਕਹਿੰਦੇ ਨੇ ਮੇਰਾ ਬਿਲਕੁਲ ਉੱਥੋਂ ਫੋਕਸ ਜਿਹੜਾ ਹੈ, ਉਹ ਉਸ ਨਿਰੰਤਰ ਜਿਹੜੀ ਜੋਤ ਹੈ ਉਹਦੇ ਤੇ ਹੈ। ਉਸ ਦੀ ਅਗਵਾਈ ਵਿੱਚ, ਸ਼ਬਦ ਦੀ ਅਗਵਾਈ ਵਿੱਚ, ਗਿਆਨ ਦੀ ਅਗਵਾਈ ਵਿੱਚ ਮੈਂ ਆਪਣੇ ਮਾਰਗ ਨੂੰ ਅੱਗੇ ਲੈ ਕੇ ਜਾ ਰਿਹਾ ਹਾਂ। ਚਾਲੇ ਸਤਿਗੁਰ ਪਾਏ। ਤੋ ਇਸ ਤਰ੍ਹਾਂ ਉਸੇ ਵਿਧਾਨ ਵਿੱਚ, ਉਸੇ, ਕਿਉਂਕਿ ਬਿਲਕੁਲ ਗੁਰੂ ਸਾਹਿਬ ਦਾ ਇੱਕਦਮ ਜਿਵੇਂ ਨਾ ਇੱਕਦਮ ਪੁਆਇੰਟਡ ਸਹਜੇ ਆਏ, ਉਹ ਜਿਹੜਾ ਵਿਧਾਨ ਅਕਾਲ ਪੁਰਖ ਦਾ ਵਿਧਾਨ ਹੈ, ਜਿਹਦੇ ਵਿੱਚ ਉਪਜ ਹੋ ਰਹੀ ਹੈ ਅੰਡਰ ਜੇਰਜ ਕੇ
ਛੇਤਜ ਉਤਪੁਜ, ਇਹ ਸਾਰੀਆਂ ਇਸ ਤੋਂ ਵੱਧ ਹੋਰ ਖਾਣੀਆਂ ਜਿਹੜੀ ਉਤਪਜਾਂ ਹੋ ਰਹੀਆਂ, ਇਹ ਸਾਰੀਆਂ ਉਤਪਤੀਆਂ ਸਹਿਜ ਸੁਭਾਏ ਉਸ ਦੇ ਵਿਧਾਨ ਅੰਦਰ ਹੋ ਰਹੀਆਂ ਨੇ। ਉਸੇ ਤਰ੍ਹਾਂ ਹੀ ਆਪਾਂ ਸਹਿਜੇ ਆਏ, ਉਸ ਤਰ੍ਹਾਂ ਉਸੇ ਵਿਧਾਨ ਵਿੱਚ ਹੀ ਆਪਾਂ ਅਕਾਲ ਪੁਰਖ ਦੀ ਰਜ਼ਾ ਵਿੱਚ, ਅਕਾਲ ਪੁਰਖ ਦੇ ਵਿਧਾਨ ਵਿੱਚ, ਉਹਦੇ ਸਿਸਟਮ ਵਿੱਚ ਸਾਡਾ ਆਉਣਾ ਹੋਇਆ, ਸਹਿਜੇ ਆਏ। ਉਸ ਦੇ ਹੁਕਮ ਵਿੱਚ, ਉਸ ਦੀ ਬਾਤ ਨੂੰ ਸਮਝ ਕੇ, ਉਸ ਦੇ ਗਿਆਨ ਨੂੰ ਸਮਝ ਕੇ, ਉਸ ਦੇ ਸ਼ਬਦ ਨੂੰ ਸਮਝ ਕੇ, ਉਸ ਸ਼ਬਦ ਦੀ ਅਗਵਾਈ ਵਿੱਚ ਸ਼ਬਦ ਨੂੰ ਗੁਰੂ ਧਾਰ ਕੇ, ਆਪਣੀ ਸੁਰਤ ਨੂੰ ਚੇਲਾ ਬਣਾ ਕੇ, ਤੇ ਮੈਂ ਉਸ ਦੇ ਦੱਸੇ ਹੋਏ ਮਾਰਗ ਤੇ ਸਿੱਧਾ ਉਸੇ ਸਿੱਧਿਆ ਹੋਇਆ ਉਹਦੇ ਤੇ ਤੁਰਿਆ ਹੋਇਆ। ਹੁਕਮ ਸਿਧਾਏ ਨਾਨਕ ਸਦਾ ਰਜਾਏ, ਸਦਾ ਉਸ ਦੀ ਰਜ਼ਾ ਵਿੱਚ, ਮਤਲਬ ਉਸ ਦਾ ਤੇ ਉਸ ਦੀ ਰਜ਼ਾ, ਇਹ ਜਿਹੜਾ ਇੱਕ ਮਿਕਤਾ ਹੈ, ਇਹ ਲੀਨਤਾ ਹੈ, ਇਹ ਜੋ ਗਾਡੀ ਰਾਹ ਹੈ, ਇਹਦੇ ਤੇ ਇੱਕ ਪਾਤਸ਼ਾਹ ਇੱਕਦਮ ਇਹ ਉਹਨਾਂ ਦਾ ਸੈਂਟਰਲ ਫੋਕਸ ਹੈ। ਔਰ ਇਹ ਫੋਕਸ ਸਾਡੇ ਸਾਰਿਆਂ ਵਾਸਤੇ ਬੜਾ ਭਾਰੀ ਇੱਕ ਪ੍ਰੇਰਨਾ ਸਰੋਤ ਹੈ ਵੀ ਸਾਡਾ ਫੋਕਸ ਇੱਥੇ ਰਹਿਣਾ ਚਾਹੀਦਾ। ਵਟ ਐਵਰ ਦਾ ਸਰਕਮਸਟੈਂਸਿਸ, ਜਗ੍ਹਾ ਕੋਈ ਹੋਏ, ਰੀਜਨ ਜਾਂ ਪਲੇਸ, ਸਮਾਂ ਕੋਈ ਵੀ ਹੋਏ, ਪਰ ਸਾਡਾ ਫੋਕਸ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਇਸ ਤਰ੍ਹਾਂ ਨਿਰਧਾਰਿਤ ਕੀਤਾ ਹੈ। ਆਸਣ ਬੈਸਣ ਥਿਰ ਨਾਰਾਇਣ, ਉਹ ਜਿਹੜੇ ਆਸਣ ਲਾ ਕੇ ਬੈਠੇ ਸੀਗੇ ਕਿਉਂਕਿ ਉਹਨਾਂ ਨੇ ਆਪਣਾ ਟਿਕਾਣਾ ਪਹਿਲੇ ਵਧੀਆ ਬਣਾਇਆ, ਤੇ ਗੁਰੂ ਸਾਹਿਬ ਦਾ ਕਟਾਖ ਹੈ ਇਸ ਗੱਲ ਵਿੱਚ ਵੀ ਭਾਈ ਉਸ ਦਾ ਆਸਣ ਲੱਗਿਆ ਹੋਇਆ ਸਾਰੇ ਸਰੀਰਾਂ 'ਚ, ਘਟ ਘਟ ਮੈਂ ਆਸਣ ਬੈਸਣ, ਉਹ ਹੈ ਥਿਰ ਉਸ ਅਕਾਲ ਪੁਰਖ, ਕਿਉਂਕਿ ਗੁਰੂ ਸਾਹਿਬ ਦੀ ਟਿਕਟਕੀ ਬਿਲਕੁਲ ਅਕਾਲ ਪੁਰਖ ਤੋਂ ਹਿਲਦੀ ਨਹੀਂ। ਅਕਾਲ ਪੁਰਖ ਦਾ ਜਿਹੜਾ ਆਸਣ ਹੈ ਉਹ ਹੈ ਅਸਲੀ ਆਸਣ ਲੱਗਿਆ ਹੋਇਆ ਤੁਹਾਡੇ ਵਿੱਚ। ਤੁਸੀਂ ਜਿਹੜੇ ਆਸਣ ਲਾਏ, ਕਿਉਂਕਿ ਗੁਰੂ ਸਾਹਿਬ ਨੂੰ ਪਤਾ ਨਹੀਂ ਕਿੱਥੇ ਬਿਠਾਇਆ, ਤੇ ਆਪਣੇ ਉਹਨਾਂ ਨੇ ਆਸਣ ਉਸਣ ਲਾਏ। ਕਿਉਂਕਿ ਸ਼ੁਰੂ 'ਚ ਵੀ ਆ ਗਿਆ ਸੀਗਾ ਵੀ ਆਸਣ ਲਾ ਕੇ ਬੈਠੇ ਪਹਿਲੇ ਜੋ। ਆਸਣ ਬੈਸਣ ਥਿਰ ਨਾਰਾਇਣ, ਸਾਨੂੰ ਇਹ ਸੋਝੀ ਉਸ ਗੁਰੂ ਦੀ ਮੱਤ ਤੋਂ ਪ੍ਰਾਪਤ ਹੁੰਦੀ ਹੈ ਕਿ ਉਸ ਦਾ ਆਸਣ ਹੈ ਸਾਰੇ ਪਾਸੇ ਲੱਗੇ। ਐਸੀ ਗੁਰਮਤਿ ਪਾਏ, ਗੁਰੂ ਦੀ ਮੱਤ ਦੇ ਨਾਲ ਸਾਨੂੰ ਇਸ ਗੱਲ ਦੀ ਸੋਝੀ ਹੈ ਕਿ ਅਸਲ ਆਸਣ ਤਾਂ ਸਥਿਰ ਆਸਣ ਉਸ ਅਕਾਲ ਪੁਰਖ ਦਾ ਜੋ ਘਟ ਘਟ ਕੇ ਅੰਦਰ ਹੈ। ਗੁਰਮੁਖ ਬੂਝੈ, ਤੇ ਫਿਰ ਅਸੀਂ ਆਪਣੀ ਮੱਤ ਜਿਹੜੀ ਹੈ ਉਹ ਸ਼ਬਦ ਦੇ ਵਿੱਚ ਅਰਪਣ ਕਰਕੇ ਸਾਨੂੰ ਬੁਝਾਈ ਹੁੰਦੀ ਹੈ, ਸਾਨੂੰ ਬੁਝਣਾ ਹੁੰਦਾ ਹੈ, ਸਾਨੂੰ ਸੁਣਨਾ ਹੁੰਦਾ ਹੈ, ਸਾਡਾ ਮੰਨਣਾ ਹੁੰਦਾ ਹੈ, ਸਾਡਾ ਜਾਣਨਾ ਹੁੰਦਾ ਹੈ, ਸਾਡਾ ਗਾਹਣਾ ਹੁੰਦਾ ਹੈ। ਤੋ ਇਸ ਤਰ੍ਹਾਂ ਅਸੀਂ ਬੁਝਦੇ ਹਾਂ। ਇਸ ਬੁਝਣ ਦੇ ਨਾਲ ਅਸੀਂ ਆਪਣੇ ਆਪ ਨੂੰ ਪਛਾਣ। ਗੁਰਮੁਖ ਬੂਝੈ, ਗੁਰਮੁਖ ਬੂਝੈ, ਗੁਰਮੁਖ ਦੀ ਪ੍ਰੋਸੈਸ ਦੇ ਨਾਲ, ਕੱਖੇ ਦੀ ਸਿਹਾਰੀ ਗੁਰਮੁਖ, ਗੁਰਮੁਖ ਬੂਝੈ, ਆਪ ਪਛਾਣੈ ਆਪਣੇ ਆਪ ਨੂੰ। ਪੱਪੇ ਦੀ ਸਿਹਾਰੀ ਤੇ ਪੱਪੇ ਦੀ ਔਂਕੜ, ਮੈਂ ਆਪ ਕਿਸੇ ਤੋਂ ਕੋਈ ਕੰਮ ਕਰਾਇਆ, ਉਹ ਹੈ ਪੱਪੇ ਦੀ ਸਿਹਾਰੀ। ਮੈਂ ਆਪ ਹੀ ਕੀਤਾ, ਪੱਪੇ ਦਾ ਔਂਕੜ। ਆਪ ਪਛਾਣੈ, ਕਿਸੇ ਡਿਊਟੀ ਨਹੀਂ ਲਾਈ, ਮੈਂ ਆਪਣੇ ਆਪ ਨੂੰ ਪਛਾਣਿਆ। ਆਪ ਪਛਾਣੈ ਸੱਚੇ ਸੱਚ ਸਮਾਏ, ਤਾਂ ਉਸ ਸੱਚੇ ਪ੍ਰਭੂ ਦੇ ਵਿੱਚ, ਉਸ ਕਾਇਮ ਦਾਇਮ ਪ੍ਰਭੂ ਦੇ ਵਿੱਚ, ਇਸ ਕਾਇਨਾਤ ਵਿੱਚ ਪਸਰੇ ਹੋਏ ਪ੍ਰਭੂ ਦਾ ਪਹਿਲੇ ਅਹਿਸਾਸ ਆਪਣੇ ਅੰਦਰ ਮੈਨੂੰ ਗੁਰਮਤਿ ਦੇ ਰਾਹੀਂ ਜਾਗਿਆ, ਬੁਝਿਆ, ਤੇ ਉਸ ਦੇ ਵਿੱਚ ਮੈਂ ਫਿਰ ਲੀਨ ਹਾਂ। ਤੋ ਇਹ ਮੇਰਾ ਉਹ ਮਨੋਰਥ ਹੈ ਜਿਹੜਾ ਪੁੱਛਦੇ। ਤੋ ਇਸ ਤਰ੍ਹਾਂ ਗੁਰੂ ਸਾਹਿਬ ਦਾ ਜਿਹੜਾ ਸਾਰਾ ਫੋਕਸ ਉਹ ਏਕੇ ਤੋਂ, ਏਕੇ ਦੇ ਵਿਧਾਨ ਤੋਂ, ਤਾਂ ਏਕੇ ਦੇ ਸਿਸਟਮ ਚੋਂ, ਉਹਦੇ ਵਿੱਚ ਓਤ-ਪੋਤ ਰਹਿਣਾ, ਉਸ ਵਿੱਚ ਲੀਨ ਰਹਿਣਾ, ਉਸ ਦੀ ਰਜ਼ਾ ਵਿੱਚ ਰਹਿਣਾ, ਉਸ ਦੇ ਅਨੁਸਾਰੀ ਹੋ ਕੇ ਰਹਿਣਾ। ਤੋ ਇਹ ਪਾਤਸ਼ਾਹ ਦਾ ਜੋ ਗੁਰੂ ਸਾਹਿਬ ਨੇ ਮਨੋਰਥ ਕਿਹਾ, ਇਹ ਬੜਾ ਭਾਰੀ ਸਾਡੇ ਵਾਸਤੇ ਮਾਰਗ ਦਰਸ਼ਨ ਹੈ ਕਿ ਸਿੱਧ ਗੋਸੜ ਦੀ ਬਾਣੀ ਚੋਂ ਜੋ ਸਿੱਧਾਂ ਨੂੰ ਕਹਿ ਰਹੇ ਨੇ ਉਹ ਅਸੀਂ ਆਪਣੇ ਮਨਾਂ ਤੇ ਧਾਰੀਏ ਕਿ ਇਹ ਫਿਰ ਮੇਰਾ ਮਾਰਗ, ਇਹ ਮੇਰਾ ਮਨੋਰਥ ਹੈ ਜੀਵਨ ਦਾ, ਤੋ ਇਹ ਮੇਰੀ ਤੌਰ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਬਹੁਤ ਖੂਬ। ਮੈਂ ਪਹਿਲਾਂ ਬੇਨਤੀ ਕਰਦਾ ਗੁਰਲਾਲ ਜੀ, ਗੁਰਲਾਲ ਜੀ ਮਾਈਕ ਔਨ ਕਰੋ।
हाँ जी जी, डॉक्टर साहब सतविंदर सिंह होਰਾਂ ने भी बड़ा खूब दस्सिया। जिथे मैं देखदा गुरमुख बूझा आप पछाण, ये सारी बात अपने आप नूं ਪਛਾਣਨ ਦੀ ਆ ਵੀ ਜਿਹੜਾ ਗੁਰਮੁਖ ਹੋਵੇ ਉਹ ਬੁੱਝ ਸਕਦਾ ਜਾਂ ਜਿਹੜਾ ਬੁੱਝਦਾ ਆ ਉਹ ਗੁਰਮੁਖ ਹੋ ਜਾਂਦਾ। ਇੱਕ ਬਾਣੀ ਦੇ ਵਿੱਚ ਸਿਧਾਂਤ ਹੈ ਵੀ ਉਹ ਸੱਚੇ ਸੱਚ ਸਮਾਏ, ਉਹ ਸੱਚ ਦੇ ਨਾਲ ਸਮਾ ਜਾਂਦਾ ਜੋ ਗੁਰਬਾਣੀ ਦਾ ਅਖੀਰਲਾ ਭੇਜ ਆ ਕਿ ਅਸੀਂ ਉਸ ਕਾਦਰ ਦੀ ਕੁਦਰਤ ਦੇ ਨਾਲ ਇੱਕਮਿਕ ਹੋਣਾ। ਗੁਰੂ ਸਾਹਿਬ ਨੇ ਸਿੱਧਾਂ ਦੇ ਨਾਲ ਜੋ ਵਿਚਾਰ ਚਰਚਾ ਕੀਤੀ ਹੈ ਉਹ ਸਾਡੇ ਸਾਰਿਆਂ ਲਈ ਰਾਹ ਦਸੇਰਾ ਆ ਕਿ ਜਿਹੜਾ ਘਟ ਘਟ ਦੇ ਵਿੱਚ ਸਮਾਇਆ ਹੋਇਆ ਪ੍ਰਮਾਤਮਾ ਉਸ ਨੂੰ ਬੁੱਝ ਕੇ ਉਸ ਦੀ ਰਜ਼ਾ ਦੇ ਵਿੱਚ ਰਹਿ ਕੇ ਅਸੀਂ ਸੱਚੇ ਦੇ ਨਾਲ ਸਮਾਈ ਕਰ ਸਕਦੇ। ਧੰਨਵਾਦ ਜੀ। ਤਰਨਵੀਰ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਧ ਗੋਸ਼ ਜਿਵੇਂ ਸਾਰਾ ਨਾਨਕ ਫਤਿਹ ਸਾਹਿਬ ਵੀ ਜਾਈਏ ਤਾਂ ਵੀ ਉੱਤੇ ਵੀ ਇਸ ਚੀਜ਼ ਦਾ ਪ੍ਰਮਾਣ ਮਿਲਦਾ ਹੈ ਕਿ ਸਤਿਗੁਰੂ ਜੀ ਗੋਸ਼ ਤਾਂ ਸਿੱਧਾਂ ਨਾਲ ਕਰ ਰਹੇ ਨੇ, ਪਰ ਸਿੱਧ ਵੀ ਆਪਣੇ ਆਪ ਦੇ ਵਿੱਚ ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਇੱਕ ਇਸ ਤਰ੍ਹਾਂ ਦੀ ਹਸਤੀ ਸਮਝਦੇ ਸੀ ਵੀ ਉਹ ਵੀ ਇੱਕ ਮਾਰਗ ਤੇ ਚੱਲ ਰਹੇ ਨੇ, ਜਿਸ ਮਾਰਗ ਦਾ ਗੁਰੂ ਸਾਹਿਬ ਨੇ ਜਦੋਂ ਉਹਨਾਂ ਨਾਲ ਬਚਨ ਕੀਤੇ ਤੇ ਇਹ ਦੋ ਅਲੱਗ ਰਸਤਿਆਂ ਦੀ ਗੱਲ ਹੋਈ ਹੈ, ਜਿਹਦੇ ਵਿੱਚ ਸਿੱਧਾਂ ਦਾ ਇੱਕ ਚੱਲਣ ਦਾ ਰਸਤਾ ਹੈ, ਜੀਵਨ ਜੀਣ ਦੀ ਜਾਂਚ ਹੈ। ਜਦੋਂ ਮਹਾਰਾਜ ਨਾਲ ਬਚਨ ਹੋ ਰਹੇ ਨੇ ਤੇ ਕਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਵੀ ਇਹ ਬਚਨ ਕਰ ਰਹੇ ਨੇ ਤਾਂ ਦੋ ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਉੱਥੋਂ ਨਿਕਲ ਕੇ ਆਉਂਦੀਆਂ ਨੇ। ਉਹ ਚਾਲੇ ਸਤਿਗੁਰ ਭਾਏ, ਉਹ ਚ ਨਾਨਕ ਸਦਾ ਰਜਾਏ, ਉਹ ਐਸੇ ਗੁਰਮਤਿ ਪਾਏ ਤੇ ਆਪ ਪਛਾਣੇ ਸੱਚੇ ਸੱਚ ਸਮਾਏ। ਇਹ ਤਿੰਨ ਚਾਰ ਕਨਸੈਪਟ ਜਿਹੜੇ ਆਏ ਨੇ ਜਿਹਦੇ ਵਿੱਚ ਅਸੀਂ ਕਿੱਦਾਂ ਸਤਿਗੁਰ ਦੇ ਭਾਣੇ ਦੇ ਵਿੱਚ ਚੱਲਣਾ, ਉਹਨਾਂ ਦੀ ਰਜ਼ਾ 'ਚ ਰਹਿਣਾ ਤੇ ਕਿਵੇਂ ਅਸੀਂ ਉਹ ਰਸਤੇ ਨੂੰ ਤੁਰ ਸਕਦੇ ਆ ਗੁਰਮਤਿ ਪਾਏ, ਗੁਰੂ ਦੀ ਮੱਤ ਦੇ ਵਿੱਚ ਆ ਕੇ। ਤੇ ਉਹ ਜਿਵੇਂ ਡਾਕਟਰ ਸਾਹਿਬ ਨੇ ਬੜਾ ਸੋਹਣਾ ਦੱਸਿਆ ਕਿ ਉਹ ਆਪ ਪਛਾਣੇ। ਇਹ ਮਤਲਬ ਅਸੀਂ ਡੈਲੀਗੇਟ ਨਹੀਂ ਕਰ ਸਕਦੇ। ਇਹ ਰਸਤਾ ਜਿਹੜਾ ਹੈ ਇਹਦੀ ਡੈਲੀਗੇਸ਼ਨ ਨਹੀਂ ਹੋ ਸਕਦੀ ਵੀ ਕੋਈ ਹੋਰ ਇਹਨੂੰ ਬਣਾਏਗਾ ਤੇ ਅਸੀਂ ਤੁਰਾਂਗੇ। ਇਹ ਆਪ ਪਛਾਣੇ ਤੇ ਜਦੋਂ ਪਛਾਣਨਾ ਤੇ ਫਿਰ ਖੋਜ ਕਰਨੀ ਪਏਗੀ, ਜਿਹੜੀ ਕਿ ਅੱਜ ਦਾ ਵੀ ਵਿਸ਼ਾ ਚੱਲ ਰਿਹਾ ਸਿੱਧ ਗੋਸ਼ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਹਾਂ। ਤੇ ਆਪ ਪਛਾਣੇ, ਉਸ ਤੋਂ ਬਾਅਦ ਹੀ ਸੱਚੇ ਸੱਚ ਸਮਾਏ। ਫਿਰ ਜਿਹੜਾ ਸਤਿਗੁਰ ਨਾਲ ਇੱਕਮਿਕ ਹੋਣ ਦਾ ਜਿਹੜੀ ਜਾਂਚ ਹੈ ਨਾ, ਉਹ ਇੱਥੋਂ ਹੀ ਆਏਗੀ। ਮੇਰੇ ਥੋੜੇ ਜਿਹੇ ਵਿਚਾਰ ਸੀ ਜੀ। ਮੈਂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਅੱਜ ਦੇ ਜਿਹੜੇ ਸਵਾਲ, ਬੇਸਿਕ ਸਵਾਲ ਜਿਹੜਾ ਹੈਗਾ, ਕਹਿ ਬੈਸੋ ਕਹਿ ਰਹੀ ਹੈ ਬਾਲੇ, ਕਹਿ ਆਵੋ ਕਹਿ ਜਾਓ, ਤੇ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ। ਬੈਠਣਾ ਕਿੱਥੇ ਹੈ ਤੇ ਜਾਂ ਕਿਹੜੀ ਚੀਜ਼ ਜਿਹੜੀ ਆ ਉੱਥੇ ਹੈਗੀ ਹੈ। ਤੇ ਗੁਰੂ ਸਾਹਿਬ ਨੇ ਸਿੱਧਾਂ ਨੂੰ ਸਮਝਾਉਂਦਿਆਂ ਹੋਇਆਂ ਸਾਨੂੰ ਸਮਝਾਇਆ ਹੋਇਆ ਅਸਲ ਦੇ ਵਿੱਚ। ਤੇ ਕੀ ਸਾਨੂੰ ਇਹ ਸਮਝ ਆਈ ਗੱਲ? ਜਦੋਂ ਮੈਂ ਆਪਣੇ ਆਪ ਨੂੰ ਪੁੱਛਦਾ ਤੇ ਮੈਨੂੰ ਇਹਦੇ ਵਿੱਚੋਂ ਐਂ ਲੱਗਦਾ, ਐਵੇਂ ਸਮਝ ਆਉਂਦੀ ਹੈ ਕਿ ਘਟ ਘਟ ਬੈਸ ਨਿਰੰਤਰ ਰਹੀ ਹੈ। ਜਿਹੜਾ ਘਟ ਘਟ ਦੇ ਵਿੱਚ ਬੈਠਿਆ ਹੋਇਆ, ਇੱਕ ਤਾਂ ਅਸੀਂ ਕਹਿ ਦਿੰਦੇ ਹਾਂ ਸੁਣਿਆ ਸੁਣਿਆ ਕਹਿਤਾ, ਪੜ੍ਹ ਕੇ ਕਹਿਤਾ, ਹਨਾ, ਕਿਸੇ ਕੋ ਸੁਣ ਕੇ ਕਹਿਤਾ। ਕੀ ਇਸ ਗੱਲ ਦਾ ਸਾਡੇ ਅੰਤਰ ਅਹਿਸਾਸ ਹੈਗਾ? ਘਟ ਘਟ ਬੈਸ ਨਿਰੰਤਰ ਰਹੀ ਹੈ। ਉਹ ਜਿਹੜਾ ਘਟ ਘਟ ਬੈਸਿਆ ਹੋਇਆ ਹੈ, ਉਹਦੇ ਭਾਵ ਦੇ ਵਿੱਚ ਮੈਂ ਚੱਲਦਾ। ਚੱਲਿਆ ਤਾਂ ਹੀ ਜਾ ਸਕਦਾ ਜੇ ਪਹਿਲਾਂ ਬੁੱਝ ਬੁਝਾਈ ਹੋ, ਜੇ ਸਮਝੋ। ਗੱਲ ਸ਼ੁਰੂ ਗੁਰਮੁਖ ਹੈ, ਗੁਰੂ ਵੱਲ ਮੁਖ ਕਰਕੇ। ਗੁਰੂ ਦਾ ਅਸੀਂ ਅਰਥ ਸਮਝਿਆ ਹੋਇਆ ਕਿ ਗੁਰੂ ਦਾ ਮਤਲਬ ਜਿਹੜਾ ਹਨੇਰਾ ਦੂਰ ਕਰਦਾ, ਭਾਵ ਜਿਹੜਾ ਗਿਆਨ ਦਿੰਦਾ।
ਜਿਹੜਾ ਸ਼ਬਦ ਦੇ ਵਿੱਚ ਜੋ ਗਿਆਨ ਹੈ ਨਾ, ਉਹਨੂੰ ਜੇ ਅਸੀਂ ਸਮਝ ਲਿਆ, ਬੁੱਝ ਲਿਆ ਤੇ ਅੰਦਰ ਲੈ ਗਏ ਤੇ ਉਹਨੂੰ ਅਸੀਂ ਉਹਦਾ ਅਹਿਸਾਸ ਕਰਕੇ ਆਪਣੇ ਜੀਵਨ 'ਚ ਜੇ ਲੈ ਲਿਆ ਤੇ ਉਹ ਹੋ ਗਿਆ ਗੁਰਮੁਖ। ਤੇ ਉਹਦੇ ਨਾਲ ਹੋਣਾ ਕੀ ਹੈ? ਗੁਰਮੁਖ ਬੁੱਝ ਹੈ ਆਪ ਪਛਾਣ। ਜਦੋਂ ਸ਼ਬਦ ਦੇ ਨਾਲ ਸਾਨੂੰ ਇੱਕ ਦੀ ਸੋਝੀ ਆਣੀ ਹੈ ਨਾ, ਜਦੋਂ ਸੋ ਸ਼ਬਦ ਦੇ ਨਾਲ ਸਾਨੂੰ ਘੱਟ ਘੱਟ ਬਹਿਸ ਨਿਰੰਤਰ, ਤੇ ਇਹ ਬ੍ਰਹਿਮੰਡ ਚੱਲ ਕਿਵੇਂ ਰਿਹਾ, ਤੇ ਇਸ ਬ੍ਰਹਿਮੰਡ ਦੇ ਵਿੱਚ ਮੈਂ ਕਿੱਥੇ ਖੜਾ, ਮੇਰਾ ਇਹਦੇ ਵਿੱਚ ਮੇਰਾ ਇਹਦੇ ਵਿੱਚ ਕੀ ਰੋਲ ਹੈਗਾ। ਹੁਣ ਮੈਨੂੰ ਇਹਦੇ ਵਿੱਚ ਇਹ ਗੱਲ ਸਮਝ ਆਉਂਦੀ ਵੀ ਮੈਂ ਸੱਚੇ ਸੱਚ ਸਮਾਏ, ਉਹ ਅਸਲ 'ਚ ਤੇ ਮੈਂ ਇਸ ਬ੍ਰਹਿਮੰਡ ਦੇ ਵਿੱਚ ਹਾਂ, ਇਹੀ ਸੱਚ ਹੈ ਨਾ। ਸੱਚ ਦੇ ਵਿੱਚ ਤੇ ਮੈਂ ਸਮਾਇਆ ਹੋਇਆ ਵਾਂ, ਪਰ ਇਹ ਗੱਲ ਮੇਰੇ ਚਿੰਤਨ 'ਚ ਨਹੀਂ ਹੈ। ਇਹ ਮੇਰੀ ਗੱਲ, ਮੈਂ ਤਾਂ ਬ੍ਰਹਮ ਦੇ ਵਿੱਚੋਂ ਜਾਂ ਇਸ ਕੁਦਰਤ ਦੇ ਵਿੱਚੋਂ ਬਾਹਰ ਤੇ ਜਾ ਹੀ ਨਹੀਂ ਸਕਦਾ, ਹੈ ਨਾ, ਜਿੰਦਾ ਵੀ ਭਾਵੇਂ ਮਰਿਆ ਵੀ। ਤੇ ਪਰ ਮੈਨੂੰ ਇਹ ਗੱਲ ਦੀ ਚੇਤਾ ਭੁੱਲ ਗਿਆ ਹੋਇਆ, ਤੇ ਇਹ ਚੇਤਾ ਆਉਣਾ ਉਦੋਂ ਆ ਜਦੋਂ ਗੁਰਮੁਖ, ਗੁਰੂ ਦੀ ਕਿਰਪਾ, ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਬੁੱਝ ਕੇ ਮੈਂ ਆਪਣਾ ਆਪ ਵੀ ਪਛਾਣ ਲਿਆ, ਤੇ ਮੈਂ ਘੱਟ ਘੱਟ ਬੈਸ ਨਿਰੰਤਰ ਨੂੰ ਵੀ ਸਮਝ ਲਿਆ, ਬੁੱਝ ਲਿਆ, ਜਾਂ ਮੈਨੂੰ ਅਹਿਸਾਸ ਹੋ ਗਿਆ ਉਹਦਾ। ਤੇ ਫਿਰ ਮੈਂ ਆਪਣੇ ਅੰਤਸ਼ਕਰਨ ਦੇ ਵਿੱਚ, ਆਪਣੇ ਚਿੰਤਨ ਦੇ ਵਿੱਚ ਵੀ ਉਹ ਸੱਚ ਦੇ ਵਿੱਚ ਸਮਾਇਆ ਹੋਇਆ ਜਦੋਂ ਮਹਿਸੂਸ ਕਰਦਾ, ਫਿਰ ਮੈਂ ਮੁਕਤ ਹੋ ਜਾਵਾਂਗਾ। ਫਿਰ ਮੈਨੂੰ ਕਾਹਦਾ ਡਰ, ਫਿਰ ਮੈਨੂੰ ਕਾਹਦਾ ਖੌਫ, ਜਾਂ ਮੈਂ ਕਾਹਦੇ ਬੰਧਨਾਂ 'ਚ ਪੈਣਾ, ਕਿਉਂਕਿ ਮੈਨੂੰ ਤਾਂ ਗੱਲ ਸਮਝ ਆ ਗਈ ਹੁਣ ਵੀ ਭਾਈ ਇਹ ਬੜਾ ਵੱਡਾ ਇੱਕ ਦਾ ਪਸਾਰਾ ਹੈ, ਜਾਂ ਕਹਿ ਲਓ ਵੀ ਟੋਟਲ ਪਸਾਰਾ ਜਿਹੜਾ ਉਹ ਇੱਕ ਯੂਨਿਟ ਰੂਪ ਦੇ ਵਿੱਚ ਇੱਕ ਹੈਗਾ, ਤੇ ਇੱਕ ਦੁਆਰਾ ਕ੍ਰੀਏਟਡ ਹੈ ਇਹ, ਤੇ ਉਹ ਕ੍ਰੀਏਟ ਕਰਕੇ ਵਿੱਚ ਬੈਠਾ ਹੋਇਆ। ਆਸਾ ਦੀ ਵਾਰ ਦੀ ਪਹਿਲੀ ਆਪਾਂ ਜਿਹੜੀ ਪੌੜੀ ਪੜ੍ਹਦੇ ਆ, ਉਹਦੇ ਵਿੱਚ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ। ਸੋ ਇਹ ਜਿਹੜੀ ਖੇਡ ਬਣੀ ਹੋਈ ਹੈ ਕੁਦਰਤ ਦੀ, ਬ੍ਰਹਿਮੰਡ ਦੀ, ਇਹ ਬੜੀ ਵਿਚਿੱਤਰ ਹੈਗੀ ਆ। ਤੇ ਇਹਦੇ ਵਿੱਚ ਅਸੀਂ ਇਸ ਰੂਪ ਦੇ ਵਿੱਚ ਥੋੜੇ ਜਿਹੇ ਸਮੇਂ ਲਈ ਆਏ ਆ, ਇਹੀ ਸੱਚ ਹੈ। ਤੇ ਅਸੀਂ ਇਸ ਰੂਪ ਦੇ ਵਿੱਚ ਨਹੀਂ ਰਵਾਂਗੇ, ਤੇ ਇਹ ਸੰਸਾਰ ਜਿਹੜਾ, ਇਹ ਬ੍ਰਹਮੰਡ ਹੈ ਜਿਹੜਾ, ਜਾਂ ਬ੍ਰਹਮ ਹੈ, ਇਹ ਸੱਚ ਹੈ, ਇਹ ਐਵੇਂ ਹੀ ਚੱਲਦਾ ਰਹੇਗਾ। ਤੇ ਮੈਂ ਵੀ ਇਹਦੇ ਵਿੱਚ ਹੀ ਰਵਾਂਗਾ, ਕਿਉਂਕਿ ਮੈਂ ਵੀ ਉਹਦੀ ਅੰਸ਼ ਹੈਗਾ। ਸੋ ਮੈਨੂੰ ਇਸ ਸ਼ਬਦ ਦੇ ਵਿੱਚੋਂ ਇਹ ਸੱਚ ਜਿਹੜਾ ਐਵੇਂ ਉਹਦੀ ਸਮਝ ਬੁੱਝ ਜਿਹੜੀ ਆ ਰਹੀ ਹੈ, ਔਰ ਇਹ ਸਮਝ ਬੁੱਝ ਜਦੋਂ ਇਦਾਂ ਦੀ ਬਣਦੀ ਹੈ ਤੇ ਮੇਰਾ ਮਨ ਜਿਹੜਾ ਉਹ ਖਿੜਦਾ, ਤੇ ਮੈਨੂੰ ਖੁਸ਼ੀ ਵਾਲਾ ਜਿਹੜਾ ਮੇਰੇ ਅੰਦਰ ਰੌਂ ਚੱਲਦੀ ਹੈਗੀ। ਸੋ ਅਖੀਰ ਦੇ ਵਿੱਚ ਕੋਈ ਟਿੱਪਣੀ ਹੋਰ ਕਿਸੇ ਵੀਰ ਭੈਣ ਦੀ ਹੋਵੇ 2 ਮਿੰਟ ਦੇ ਵਿੱਚ, ਜਲਦੀ। ਹਾਂਜੀ, ਆਪਣੇ ਕੋਲ ਮੈਂ ਕਿਹਾ ਹਲੇ ਹੈਗਾ ਟਾਈਮ? ਹਾਂਜੀ ਹੈਗਾ, 2-4 ਮਿੰਟ ਹੈ, 9 ਮਿੰਟ ਹੈਗੇ। ਹਾਂਜੀ 9 ਮਿੰਟ। ਜਿਹੜੀ ਤੁਸੀਂ ਆ ਗੱਲ ਕੀਤੀ ਹੈ, ਇਹਦੇ ਚ ਮੈਨੂੰ ਮੇਰੇ ਖਿਆਲ ਕਾਰੀ ਗੱਲ ਕਿਹੜੀ, ਜਿਹਦੇ ਨਾਲ ਕਿ ਉਸ ਦੀ ਹੋਂਦ ਦਾ ਅਹਿਸਾਸ, ਆਹੀ ਨਾਮ ਪ੍ਰਗਾਸ ਹੈ। ਉਹ ਜਿਹੜਾ ਨਾ ਕਈ ਵਾਰੀ ਅਸੀਂ, ਬਿਲਕੁਲ ਤੁਸੀਂ ਠੀਕ ਰਮਜ਼ ਇਹ ਗੱਲ ਨੂੰ ਲਈ ਹੈ ਕਿ ਅਸੀਂ ਕਹਿ ਦਿੰਦੇ ਆ ਕਹਿਣ ਵਾਸਤੇ, ਕਿਉਂਕਿ ਸਾਨੂੰ ਬਾਣੀ ਦਰਸਾ ਰਹੀ ਹੈ, ਚਲੋ ਇੰਨੀ ਕੁ ਸੋਝੀ ਹੋ ਗਈ ਹੈ ਕਿ ਚਲੋ ਬਾਣੀ ਨੇ ਕਹਿਤਾ ਤੇ ਇਹਦਾ ਮਤਲਬ ਹੈ, ਉਸ ਤਰ੍ਹਾਂ ਅਸੀਂ ਕਹਿੰਦੇ ਨੇ। ਪਰ ਮਨ ਚ ਇਹ ਵਾਲਾ ਅਹਿਸਾਸ, ਹੁਣ ਇਸ ਅਹਿਸਾਸ ਦੀ ਨਾ ਇੱਕ ਮੈਨੂੰ ਮਿੱਤਰ ਨੇ ਸਾਡੇ ਡੈਟਰੋਇਟ ਚ, ਚਤਰਪਾਲ ਸਿੰਘ ਜੀ, ਉਹਨੇ ਫੋਨ ਕੀਤਾ, ਦੱਸਿਆ, ਕਹਿੰਦੇ ਮੇਰਾ ਨਾ ਫੋਨ ਤੇ ਬੱਚੇ ਨਾਲ ਗੱਲ ਹੋ ਰਹੀ ਹੈ, ਤੇ ਉਹ ਫੋਨ ਮੇਰਾ ਕਿਤੇ ਉਹ ਕਰਦਾ ਹੀ ਕੋਈ ਗਾਹਕ ਆ ਗਿਆ, ਤੇ ਮੈਂ ਉਹਦੇ ਨਾਲ ਸ਼ੁਰੂ ਕਰਤੀ ਗੱਲ ਨੂੰ ਰੱਖਤਾ, ਤੇ ਉਹਦੇ ਨਾਲ ਗੱਲ ਹੋਈ, 2-4 ਹੋਰ ਬੰਦੇ ਨਾਲ ਗੱਲ ਹੋਈ, ਫਿਰ ਹੋਰ ਕੋਈ ਆਇਆ ਗਿਆ, ਫਿਰ ਉਹ ਸਾਰੀ ਗੱਲਾਂ। ਕਹਿੰਦੇ ਮੇਰੇ ਆਪਣੇ ਬੇਟੇ ਦੇ ਨਾਲ ਹਮੇਸ਼ਾ ਬੜਾ ਰਿਲੀਜੀਅਸ ਵਾਲਾ, ਮੈਂ ਵਿਆਖਿਆ ਕਰਕੇ ਦੱਸਦਾ ਸਾਰਾ ਕੁਝ ਵੀ, ਬੜਾ ਅੱਛਾ ਇੰਪ੍ਰੈਸ਼ਨ। ਤੇ ਪਰ ਮੇਰੀ ਸ਼ਾਪ ਤੇ ਬੰਦੇ ਜਿਹੜੇ ਆਉਂਦੇ ਨੇ, ਉਹਨਾਂ ਨਾਲ ਲੜਾਈ ਝਗੜੇ ਵੀ ਹੁੰਦੇ ਨੇ, ਕਈਆਂ ਨਾਲ ਆਵਾਜ਼ ਘੱਟ ਗੱਲ ਵੀ ਹੁੰਦੀ ਹੈ। ਉਹ ਮੇਰਾ ਅਦਰ ਸਾਈਡ, ਕਿਉਂਕਿ ਮੇਰਾ ਪ੍ਰੋਫੈਸ਼ਨ ਹੈ, ਤੇ ਮੈਂ ਨਹੀਂ ਚਾਹੁੰਦਾ ਸੀਗਾ ਕਿ ਮੇਰਾ ਬੇਟੇ ਨੂੰ ਇਸ ਤਰ੍ਹਾਂ ਦਾ ਕੁਝ, ਮੇਰਾ ਦੂਸਰੀ ਸਾਈਡ ਦਾ ਕੁਝ ਆਈਡੀਆ ਲੱਗੇ। ਤੇ ਜਦੋਂ ਉਹਨਾਂ ਨੇ ਕਿਹਾ, ਦੇਖਿਆ ਨਾ ਕਿ ਉਹ ਚੁੱਕਿਆ ਤੇ ਫੋਨ, ਕਹਿੰਦੇ ਫੋਨ ਰੱਖਿਆ ਨਹੀਂ ਵਾਪਸ, ਤੇ ਦੇਖ ਲਿਆ ਲਾ ਕੇ ਕੰਨ ਤੇ ਉਹ ਹੈਲੋ ਕੀਤਾ, ਤਾਂ ਉਹ ਬੋਲ ਪਿਆ। ਤੇ ਉਹ ਉਹਨਾਂ ਨੂੰ ਜਦੋਂ ਉਹ ਲੱਗਿਆ ਨਾ, ਜਿਹੜਾ
ਉਹ ਕਹਿੰਦੇ ਮੈਂ ਮਤਲਬ ਓ ਮਾਈ ਗॉड, ਕਹਿੰਦੇ ਉਸ ਦਿਨ ਜਿਹੜਾ ਮੇਰਾ ਮਾਤਾ ਖੜਕਿਆ ਨਾ, ਜਿਹੜਾ ਕਿ ਇਹਦਾ ਮਤਲਬ ਤੂੰ ਸਾਰੀ ਗੱਲਾਂ ਸੁਣ ਲਈਆਂ ਜਿਹੜੀਆਂ ਮੈਂ ਉਹ ਵੀ ਆਇਆ ਸੀ, ਉਹ ਵੀ ਆਇਆ ਸੀ, ਉਹ ਵੀ ਆਇਆ ਸੀ। ਉਹ ਕਹਿੰਦੇ ਮੈਨੂੰ ਉਸ ਗੱਲ ਤੋਂ, ਕਹਿੰਦੇ ਉਹ ਤਾਂ ਗੱਲ ਇੱਕ ਪਾਸੇ ਰਹੀ, ਉਸ ਗੱਲ ਤੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰਾ ਜਿਹੜਾ ਲਾਈਨ ਤੇ ਬੰਦਾ ਹੈ, ਇੱਕ ਵਾਰੀ 1 ਮਿੰਟ 2 ਮਿੰਟ ਦੀ ਜਾਂ 5-10 ਮਿੰਟ ਦੀ ਗੱਲ ਹੋਈ, ਪਰ ਉਹ ਅਕਾਲ ਪੁਰਖ ਤਾਂ ਹਰ ਵੇਲੇ ਮੇਰੇ ਨਾਲ ਲਾਈਨ ਤੇ, ਉਸ ਦਾ ਤੇ ਮੈਨੂੰ ਅਹਿਸਾਸ ਹੀ ਨਹੀਂ ਹੈ। ਤਾਂ ਸਭ ਤੋਂ ਵੱਡਾ ਓ ਮਾਈ ਗॉड ਉਹ ਹੈ ਕਿ ਉਹ ਇਸ ਗੱਲ ਨੂੰ ਅਹਿਸਾਸ ਕਰਨਾ ਕਿ ਜੋ ਮੈਂ ਕਰਦਾ ਹਾਂ, ਇਹ ਤਾਂ ਅਖਬਾਰਾਂ 'ਚ ਵੀ ਛਪ ਜਾਂਦਾ ਹੈ ਤੇ ਪੁਲਿਸ ਨੂੰ ਪਤਾ ਲੱਗ ਜਾਂਦਾ, ਆਂਢ ਗੁਆਂਢ ਨੂੰ ਪਤਾ ਲੱਗ ਜਾਂਦਾ, ਪਰ ਜੋ ਮੈਂ ਬੋਲਦਾ ਹਾਂ ਸਿਰਫ ਉਹਨੂੰ ਪਤਾ ਲੱਗ ਜਿਹਨੂੰ ਮੈਂ ਬੋਲ ਰਿਹਾ ਹਾਂ, ਬਾਕੀਆਂ 'ਚ ਪਰਦਾ ਰਹਿ ਜਾਂਦਾ। ਪਰ ਜੋ ਮੈਂ ਸੋਚਦਾ ਹਾਂ ਇਸ ਦਾ ਤੇ ਕਿਸੇ ਨੂੰ ਵੀ ਨਹੀਂ ਪਤਾ ਸਿਵਾਏ ਇੱਕਦਮ। ਹੁਣ ਉਹ ਜਿਹੜਾ ਇਸ ਗੱਲ ਦਾ ਅਹਿਸਾਸ ਕਿ ਜੋ ਮੈਂ ਸੋਚਦਾ ਹਾਂ ਉਹ ਵੀ ਰੱਬ ਦੀ ਹੋਂਦ ਨੂੰ, ਰੱਬ ਦੇ ਸਿਸਟਮ 'ਚ ਉਹ ਰਿਕਾਰਡ ਹੋ ਰਿਹਾ ਹੈ। ਤਾਂ ਇਹਦੇ ਨਾਲ ਇਹ ਹੋਇਆ ਕਿ ਉਹ ਮਤਲਬ ਇਹ ਬੜਾ ਭਾਰੀ ਓ ਮਾਈ ਗॉड ਹੈ ਵੀ ਅਸੀਂ ਤਾਂ ਸੋਚਦੇ ਹਾਂ ਵੀ ਆਪਣੇ ਕਮਰੇ 'ਚ ਅਸੀਂ ਦਰਵਾਜ਼ਾ ਲਾ ਲਈਏ, ਪਰਦੇ ਲਾ ਲਈਏ, ਚੱਦਰ ਉੱਪਰ ਕਰ ਲਈ ਤੇ ਹੁਣ ਤਾਂ ਮੈਂ ਇਕੱਲਾ ਹੀ ਹਾਂ, ਪਰ ਮੈਂ ਉੱਥੇ ਵੀ ਇਕੱਲਾ ਨਹੀਂ। ਤਾਂ ਇਹ ਜਿਹੜੀ ਰੀਅਲਾਈਜ਼ੇਸ਼ਨ ਹੈ, ਇਹ ਬੜਾ ਭਾਰੀ ਓ ਮਾਈ ਗॉड ਹੈ, ਇਹ ਬੜਾ ਭਾਰੀ ਨਾਮ ਪ੍ਰਗਾਸ ਦਾ ਉਹ ਅਹਿਸਾਸ ਹੈ, ਜਿਸ ਗੱਲ ਨੂੰ ਅਸੀਂ ਕਈ ਵਾਰੀ, ਜਿਸ ਤਰ੍ਹਾਂ ਲਖਵਿੰਦਰ ਜੀ ਨੇ ਗੱਲ ਕਹੀ ਵੀ ਉਹ ਸਾਨੂੰ ਫੀਲ ਅੰਦਰ ਨਹੀਂ ਆਉਂਦਾ ਪਿਆ। ਇਹੋ ਇਸ ਰੀਅਲਾਈਜ਼ੇਸ਼ਨ ਦੇ ਨਾਲ ਫਿਰ ਬੰਦੇ ਦਾ ਮਨ ਬਚ ਕਰਮ, ਮਨ ਮੇਰੀ ਸੋਚ, ਬਚ ਮੇਰੇ ਬਚਨ, ਕਰਮ ਮੇਰੇ ਕੰਮ, ਤਿੰਨੇ ਪੱਧਰਾਂ ਤੇ ਉੱਥੇ ਨਿਬੇੜਾ ਜਿਹੜਾ ਰਜਿਸਟਰ ਖੁੱਲਨੇ ਆ। ਤੋ ਫਿਰ ਪਲ ਪਲ ਦਾ, ਖਿੰਨ ਖਿੰਨ ਦਾ ਹਿਸਾਬ ਜਿਹੜਾ ਹੈ ਉਹ ਅੱਜ ਥੋੜਾ ਜਿਹਾ ਸਾਨੂੰ ਸਮਝ ਆਉਣ ਲੱਗ ਗਿਆ ਗੂਗਲ ਨੂੰ ਦੇਖ ਕੇ ਵੀ ਗੂਗਲ ਨੋਜ਼ ਯੂ ਬੈਟਰ ਦੈਨ ਵਟ ਯੂ ਨੋ ਯੋਰਸੈਲਫ, ਬਿਕੋਜ਼ ਤੁਸੀਂ ਕਿਹੜੇ ਸਾਲ, ਕਿਹੜੇ ਮਹੀਨੇ, ਕਿਹੜੇ ਦਿਨ, ਕਿੰਨੇ ਵਜੇ ਸਵੇਰੇ ਤੇ ਕਿੰਨੇ ਵਜੇ ਦੀ ਰਾਤੀ ਕੀ ਸਰਚ ਕੀਤਾ ਸੀ, ਤੁਸੀਂ ਤਾਂ ਭੁੱਲ ਹੀ ਬੈਠੇ ਹੋ, ਪਰ ਉਹਦੇ ਕੋਲ ਸਾਰਾ ਖਾਕਾ ਹੈ, ਐ ਆ ਜਾਣਾ ਸਾਹਮਣੇ, ਰੋਲ ਕਰ ਜਾਣਾ, ਲੋ ਜੀ ਆ ਹੈ, ਇਹ ਸਾਰਾ ਕੁਝ ਮੇਰਾ ਕੀਤਾ ਹੋਇਆ। ਬਟ ਉਹ ਤਾਂ ਗੂਗਲਾਂ ਦਾ ਵੀ ਗੂਗਲ ਹੈ, ਗੂਗਲ ਨੂੰ ਸਿਰਫ ਉਹ ਪਤਾ ਹੈ ਜਿਹੜਾ ਅਸੀਂ ਫਾਈਂਡ ਕੀਤਾ, ਜਿਹੜਾ ਅਸੀਂ ਫਾਈਂਡ ਹੀ ਨਹੀਂ ਕੀਤਾ ਉਹ ਤਾਂ ਗੂਗਲ ਨੂੰ ਬਿਲਕੁਲ ਨਹੀਂ ਪਤਾ, ਪਰ ਉਸ ਨੂੰ ਉਹ ਵੀ ਪਤਾ ਹੈ ਜਿਹੜਾ ਮੈਂ ਸੋਚਿਆ ਸੀਗਾ ਪਰ ਮੈਂ ਫਾਈਂਡ ਨਹੀਂ ਕੀਤਾ। ਉਹ ਜਿਹੜਾ ਸੋਚ ਪੱਧਰ ਤੱਕ ਦਾ ਸਾਡਾ ਸਰਵੇਲੈਂਸ ਹੈ, ਉਹ ਬੜਾ ਭਾਰੀ ਓ ਮਾਈ ਗॉड ਹੈ, ਉਹ ਬੜਾ ਭਾਰੀ ਰੀਅਲਾਈਜ਼ੇਸ਼ਨ ਹੈ। ਉਸ ਰੀਅਲਾਈਜ਼ੇਸ਼ਨ ਦੇ ਨਾਲ ਅਸੀਂ ਜੈਨੂਅਨਲੀ ਆਪਣੇ ਵੀ ਕਹਿੰਦੇ ਨੇ, ਜਿਹਨੂੰ ਕਹਿੰਦੇ ਕਿ ਆਈ ਹੈਵ ਟੂ ਬਿਹੇਵ, ਉਹ ਰੀਅਲਾਈਜ਼ੇਸ਼ਨ ਉਹ ਨਾਮ ਪ੍ਰਗਾਸ ਹੈ। ਉਹ ਰੀਅਲਾਈਜ਼ੇਸ਼ਨ ਉਸ ਦਾ ਅਸਲ ਬੁੱਝਣਾ ਉਹ ਹੈ ਜਦੋਂ ਬੰਦਾ ਤਹਈਆ ਨਹੀਂ ਕਰੇ, ਉਦੋਂ ਉਹਨੂੰ ਲੱਗੇ ਇਸ ਤੋਂ ਬਿਨਾਂ ਮੇਰਾ ਸਰਦਾ ਹੀ ਨਹੀਂ ਹੈ। ਇਟ ਇਜ਼ ਨਾਟ ਐਨ ਆਪਸ਼ਨ ਕਿ ਮੈਂ ਜੋ ਡਿਸਾਈਡ ਕਰਾਂਗਾ ਉਦੋਂ ਹੋਏਗਾ। ਤੂੰ ਡਿਸਾਈਡ ਕਰਨਾ ਕਰ, ਇਹ ਤਾਂ ਚੱਲ ਰਿਹਾ ਸਿਸਟਮ, ਤੂੰ ਭੱਜ ਕੇ ਫੜ ਲੈ ਸਿਸਟਮ, ਗੱਡੀ ਤਾਂ ਗਈ। ਤਾਂ ਲਾਈਕ ਦੈਟ ਇਹ ਅਹਿਸਾਸ ਨੂੰ ਅਸੀਂ ਇਹਨਾਂ ਰੀਅਲਾਈਜ਼ੇਸ਼ਨਸ ਵਿੱਚੋਂ ਆਪਣੇ ਲਈ ਮਨ 'ਚ ਪੱਕਾ ਕਰ ਸਕਦੇ ਹਾਂ, ਜਿਸ ਦੇ ਨਾਲ truly inward and outward we can be answerable to our own self। ਤੇ ਉਹ ਜਿਹੜੇ ਅੰਦਰ ਸਾਡੇ ਬੈਠਾ ਹੈ ਉਹ ਹੈ ਕੱਟ ਕੇ ਜੋ ਅੰਤਰ ਦੀ ਜਾਣਦਾ ਹੈ। ਤਾਂ ਉਸ ਦੇ ਨਾਲ ਸਾਡੀ ਗੱਲਬਾਤ ਹੋ ਜਾਏ ਕਿ ਭਾਈ ਸਵੇਰੇ ਆ ਕੀਤਾ ਸੀ, ਸ਼ਾਮੀ ਇਹ ਕੀਤਾ ਸੀਗਾ, ਤੇ ਉਹਦੇ ਨਾਲ ਅਸੀਂ ਅਗਲੀ ਵਾਰ ਦਾ, ਹੁਣ ਮੈਂ ਦੁਬਾਰਾ ਭੁੱਲ ਗਿਆ ਤੂੰ ਦੇਖ ਰਿਹਾ ਸੀਗਾ, ਇਹ ਸਾਡਾ ਅਭਿਆਸ ਹੈ, ਇਹ ਨਾਮ ਦਾ ਅਭਿਆਸ ਹੈ ਕਿ ਨਾਮ ਉਸ ਦੀ ਹੋਂਦ ਹੈ, ਉਸ ਦੀ ਹੋਂਦ ਦਾ ਅਹਿਸਾਸ ਨਾਮ ਦਾ ਪ੍ਰਗਾਸ ਹੈ। ਤੇ ਉਸ ਦੀ ਹੋਂਦ, ਇਸ ਦਾ ਨਾਮ ਦੀ ਇੰਨੀ ਮਹਿਮਾ ਇਸੇ ਕਰਕੇ ਹੈ ਵੀ ਇਹ ਕੁੰਡ ਹੈ, ਇਹ ਸਿਰਫ ਐਗਜ਼ਿਸਟੈਂਟ ਨਹੀਂ ਹੈ ਵੀ ਮੈਂ ਵੀ ਰਹਿੰਦਾ ਤੇ ਉਹ ਵੀ ਰਹਿੰਦਾ, ਇਹ ਕਿਸੇ ਦਾ ਐਡਰੈਸ ਨਹੀਂ ਹੈ, ਬਟ ਇੱਕ ਸਰਵੇਲੈਂਸ ਸਿਸਟਮ ਦਾ ਅਹਿਸਾਸ ਹੈ ਕਿ ਯੈਸ ਯੂ ਆਰ ਆਲਵੇਜ਼ ਦੇਅਰ, ਆਈ ਐਮ ਨੈਵਰ ਅਲੋਨ, ਦੇयर इज नो ਪ੍ਰਾਈਵੇਸੀ। ਸਿਧਾਂਤਕ ਵਰਲਡ, ਸਾਹਿਤਕ ਆਪਣਾ ਅਧਿਆਤਮਕ ਵਰਲਡ ਵਿੱਚ, ਸਪਿਰਿਚੁਅਲ ਵਰਲਡ ਵਿੱਚ देयर इज नो ਪ੍ਰਾਈਵੇਸੀ, everything is exposed। तो इस करके वो रियलाइजेशन उस ਨੂੰ बिहेव ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਕਰਕੇ ਨਾਮ ਪ੍ਰਗਾਸ ਵਾਲੇ ਬੰਦੇ ਨਾਮ ਵਿਹੂਣੇ ਬੰਦਿਆਂ ਤੋਂ, ਗੁਰੂ ਸਾਹਿਬ ਦੀ ਮੇਜਰ ਡਾਈਕੋਟਮਸ
ਕਲਾਸੀਫਿਕੇਸ਼ਨ ਹੈ ਸਾਰੀ ਮਨੁੱਖਤਾ ਦੀ। ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ, ਤੇ ਨਾਮ ਪ੍ਰਗਾਸ ਵਾਲੇ ਆਦਮੀ। ਤੋ ਨਾਮ ਪ੍ਰਗਾਸ ਵਾਲਾ, ਇਸ ਕਰਕੇ ਇਸ ਦੀ ਨਾਮ ਦੀ ਇੰਨੀ ਭਾਰੀ। ਤੇ ਗੁਰੂ ਸਾਹਿਬ ਇੱਥੇ ਵੀ ਸਿੱਧਾ ਨਾਲ ਵੀ ਗੱਲ ਕਰਦੇ ਆ, ਉੱਥੇ ਹੀ ਰਹੇ ਨੇ ਕਿ ਮੇਰੀ ਗੱਲ ਇੱਕ ਤੋਂ ਸ਼ੁਰੂ ਹੋ ਰਹੀ ਹੈ। ਉਸ ਦਾ ਅਹਿਸਾਸ ਹਰ ਵੇਲੇ ਮਨ 'ਚ ਰਹਿਣਾ ਅੰਡਰ ਆਲ ਸਰਕਮਸਟੈਂਸਸ, ਉਹ ਬੜਾ ਜ਼ਰੂਰੀ ਹੈ, ਜਿਸ ਦੇ ਨਾਲ ਕਿ ਅਸੀਂ ਸਿਰਫ ਕਹਿਣ ਨਹੀਂ, ਐਕਚੁਅਲੀ ਸਾਡੀ ਜਿਹੜੀ ਸੋਚ, ਬੋਲ ਤੇ ਕੰਮ, ਤਿੰਨੇ ਲੈਵਲ ਸਾਡੇ ਉਸ ਰੀਅਲਾਈਜੇਸ਼ਨ ਦੇ ਤਹਿਤ ਹੋਣ, then we become different, ਫਿਰ ਅਸੀਂ ਬਣ ਜਾਂਦੇ ਹਾਂ ਨਾਮ ਪ੍ਰਗਾਸ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਹਾਂ, ਕਿਸੇ ਵੀਰ ਦੀ ਹੋਰ ਵਿਚਾਰ ਹੈਗੀ ਤਾਂ ਆਪਾਂ ਇੱਕ ਦੇ ਮਿੰਟ 'ਚ ਕਰਕੇ ਫਿਰ ਸਮਾਪਤੀ ਕਰਦੇ ਹਾਂ। ਕਿਸੇ ਨੇ ਕਹਿਣਾ ਕੁਛ ਜੀ? ਸੋ ਮੇਰੇ ਖਿਆਲ 'ਚ ਆਪਾਂ ਇਸ ਆਸਣ ਬੈਸਣ ਸਿਰ ਨਾਰਾਇਣ ਐਸੀ ਗੁਰਮਤਿ ਪਾਏ, ਗੁਰਮੁਖੇ ਬੁਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਇਸ ਸ਼ਬਦ ਦੀ ਵਿਚਾਰ ਦੇ ਨਾਲ, ਇਸ ਪਦ ਦੀ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਸ ਮੀਟਿੰਗ ਜਿਹੜੀ ਇੱਥੇ ਸਮਾਪਤ ਕਰਦੇ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।